ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਇਸ ਸਮੇਂ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸਜ ਕਰਕੇ ਆਪਣੇ ਜੀਵਨ ਦੇ ਅਮੋਲਕ ਸਵਾਸਾਂ ਨੂੰ ਸਫਲੇ ਕਰਨ ਦਾ ਯਤਨ ਕਰ ਰਹੇ ਹੋ। ਆਓ ਜੁੜਨਾ ਕਰੀਏ। ਅੱਜ ਦੀ ਵਿਚਾਰ ਪਾਵਨ ਅੰਕ 51 ਦੇ ਥੱਲਿਓਂ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ 97 ਨੰਬਰ ਸ਼ਬਦ ਤੋਂ ਹੋਣੀ ਹੈ। ਸੋ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਪੰਜਵਾਂ ਘਰ ਸਤਵਾਂ। ਤੇਰੇ ਭਰੋਸੈ ਪਿਆਰੇ ਮੈਂ ਲਾਡ ਲਡਾਇਆ। ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਸ੍ਰੀ ਰਾਗ ਦੇ ਅੰਦਰ ਘਰ ਸਤਵੇਂ ਦੇ ਅੰਦਰ ਇਸ 97 ਨੰਬਰ ਸ਼ਬਦ ਦੀ ਜਿਹੜੀ ਹੈ ਬਖਸ਼ਿਸ਼ ਕਰ ਰਹੇ ਹਨ। ਤੇਰੇ ਭਰੋਸੈ ਪਿਆਰੇ ਮੈਂ ਲਾਡ ਲਡਾਇਆ। ਕਿ ਹੇ ਪਿਆਰੇ ਪ੍ਰਭੂ ਪਿਤਾ, ਕਿ ਮੈਂ ਤੇਰੇ ਪਿਆਰ ਦੇ ਭਰੋਸੇ ਤੇ ਮੈਂ ਲਾਡਾਂ ਵਿੱਚ ਹੀ ਦਿਨ ਜਿਹੜੇ ਨੇ ਉਹ ਗੁਜ਼ਾਰ ਦਿੱਤੇ ਨੇ। ਕਿ ਮੈਨੂੰ ਤੇਰਾ ਭਰੋਸਾ ਹੈ, ਇਸ ਕਰਕੇ ਮੈਂ ਤੇਰੇ ਪਿਆਰ ਲਾਡ ਦੇ ਵਿੱਚ ਜਿਹੜੇ ਦਿਨ ਹਨ ਜਿਹੜੇ ਇਹ ਗੁਜ਼ਾਰ ਦਿੱਤੇ ਹਨ। ਭੁੱਲੈ ਚੁਕੈ ਬਾਰਿਕ ਤੂੰ ਹਰ ਪਿਤਾ ਮਾਇਆ। ਕਿ ਮੈਨੂੰ ਪਤਾ, ਮੈਨੂੰ ਯਕੀਨ ਹੈ ਕਿ ਤੂੰ ਸਾਡਾ ਮਾਇਆ ਤੋਂ ਭਾਵ ਇੱਥੇ ਪਿਤਾ ਦੇ ਨਾਲ ਮਾਇਆ ਸ਼ਬਦ ਆਇਆ, ਭਾਵ ਮਾਤਾ। ਕਿ ਤੂੰ ਸਾਡਾ ਮਾਂ ਤੇ ਪਿਓ ਹੈ ਅਤੇ ਬੱਚੇ ਜਿਹੜੇ ਨੇ ਉਹ ਭੁੱਲਾਂ ਤੇ ਉਕਾਈਆਂ ਕਰਿਆ ਕਰਦੇ ਨੇ। ਕਿ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਇਸ ਹਿਸਾਬ ਨਾਲ ਕਿ ਤੁਸੀਂ ਸਾਡੇ ਮਾਤਾ ਪਿਤਾ ਹੋ, ਅਸੀਂ ਤੁਹਾਡੇ ਬੱਚੇ ਹਾਂ ਤੇ ਤੁਹਾਡੇ ਲਾਡ ਦੇ ਕਰਕੇ, ਤੁਹਾਡੇ ਤੇ ਯਕੀਨ ਹੋਣ ਦੇ ਕਰਕੇ ਹੀ ਮੈਂ ਜਿਹੜੇ ਇਹ ਦਿਨ ਗੁਜ਼ਾਰ ਦਿੱਤੇ ਨੇ। ਕਿਉਂਕਿ ਆਮ ਤੌਰ ਤੇ ਹੀ ਬੱਚੇ ਨੇ ਜਿਹੜੇ ਉਹ ਭੁੱਲਾਂ ਵੀ ਕਰਦੇ ਨੇ ਤੇ ਉਕਾਈਆਂ ਵੀ ਜਿਹੜੀਆਂ ਉਹ ਕਰਦੇ ਹਨ। ਸੁਹੇਲਾ ਕਹਿਨ ਕਹਾਵਣ ਤੇਰਾ ਬਿਖਮ ਭਾਵਨ ਰਹਾਉ। ਪਾਤਸ਼ਾਹ ਜੀ ਆਖਣ ਲੱਗੇ, ਹੇ ਪ੍ਰਭੂ ਤੇਰਾ ਭਾਣਾ ਮੰਨਣਾ, ਤੇਰੀ ਮਰਜ਼ੀ ਵਿੱਚ ਤੁਰਨਾ ਔਖਾ ਹੈ। ਬਿਖਮ ਭਾਵਨ, ਕਿ ਤੇਰਾ ਭਾਣਾ ਹੈ, ਤੇਰੇ ਭਾਣੇ ਦੇ ਵਿੱਚ ਰਹਿਣਾ ਬੜਾ ਬਿਖਮ ਹੈ। ਬਿਖਮ ਤੋਂ ਅਰਥ ਹੈ ਔਖਾ, ਔਖਾ ਹੈ। ਪਰ ਇਹ ਆਖਣਾ ਅਖਵਾਣਾ ਸੌਖਾ ਹੈ ਕਿ ਅਸੀਂ ਤੇਰਾ ਭਾਣਾ ਮੰਨਦੇ ਹਾਂ, ਕਿ ਅਸੀਂ ਤੇਰੇ ਸੁਹੇਲਾ ਕਹਿਨ ਕਹਾਵਣ। ਕਿ ਸੁਹੇਲਾ ਤੋਂ ਭਾਵ ਸੌਖਾ, ਕਿ ਆਖਣ ਨੂੰ ਤੇ ਅਖਵਾਉਣ ਨੂੰ, ਕਿ ਅਸੀਂ ਤੇਰਾ ਭਾਣਾ ਮੰਨਦੇ ਹਾਂ। ਪਰ ਅਸਲ ਦੇ ਵਿੱਚ ਤੇਰਾ ਬਿਖਮ ਭਾਵਨ, ਤੇਰਾ ਜਿਹੜਾ ਭਾਣਾ ਹੈ ਉਹ ਮੰਨਣਾ, ਉਹਦੇ ਭਾਣੇ ਦੇ ਵਿੱਚ ਤੁਰਨਾ ਬਹੁਤ ਔਖਾ ਹੈ। ਹਉ ਮਾਨ ਤਾਨ ਕਰਉ ਤੇਰਾ ਹਉ ਜਾਨੋ ਆਪਾ। ਪਾਤਸ਼ਾਹ ਜੀ ਆਖਣ ਲੱਗੇ ਕਿ ਹਉ ਮਾਨ ਤਾਨ ਕਰੋ ਤੇਰਾ ਹਉ ਜਾਨੋ ਆਪਾ।
कि हे मालिक प्रभु पिता मैं तेरा ही मान करदा, भाव तेरा ही मैनू मान है, तू मेरा पिता है, इस करके मैं तेरे उत्ते पूर्ण मान करदा हाँ। मैनू ये फकर है कि तू मेरे सिर ते है, मैं तेरा ही आसरा है जिहड़ा वो रखदा हाँ। हौं जानो आपा कि मैं तेरा ही आसरा हमेशा जिहड़ा वो रखदा हाँ, इस करके क्योंकि मैं जानदा हाँ कि तू मेरा अपना है। हौं जानो आपा कि तू मेरा अपना है, इस करके मैं मान दे नाल, मैं इस यकीन दे नाल है जिहड़ा मैं आखदा हाँ कि तू मेरा अपना है। इस करके सब ही मद सब हैं ते बाहर, बेमुहताज बापा। कि हे मेरे बेमुहताज पिता, बेमुहताज पिता प्रभु तो भाव ਜਿਹੜੇ पिता ਨੂੰ ਕਿਸੇ ਦੀ ਮੁਹਤਾਜੀ ਨਹੀਂ ਹੈ, ਜਿਹੜਾ ਕਿਸੇ ਕੋਲੋਂ ਮੰਗਣ ਨਹੀਂ ਜਾਂਦਾ, ਕਿਸੇ ਨੂੰ ਸਮਝਾਉਣ ਸਮਝਣ ਨਹੀਂ ਜਾਂਦਾ, ਕਿ ਸਭ ਤੇ ਬਾਹਰ, ਸਭ ਦੇ ਮੱਧ ਵਿੱਚ, ਮੱਧ ਤੋਂ ਭਾਵ ਵਿੱਚ, ਕਿ ਸਭ ਹੀ ਮੱਧ, ਸਾਰਿਆਂ ਦੇ ਵਿੱਚ, ਜੀਵਾਂ ਦੇ ਅੰਦਰ ਵੀ ਤੂੰ ਹੈ, ਵਿੱਚ ਵੀ ਤੂੰ, ਸਭਹ ਤੇ ਬਾਹਰ, ਅਤੇ सब जीवां तो बाहर भी तू वसदा है, कि अंदर भी तू है ते बाहर भी जिहड़ा है तू है, अते निर्लेप भी है तू, सारे जीवां तो निर्लेप भी है। पिता हों जानो नाही तेरी कवन जुगता, बंधन मुक्त संतो मेरी राखै ममता। कि हे पिता प्रभु मैनू पता नहीं कि तैनू प्रसन्न करन दा किहड़ा तरीका है, मैं जानदा नहीं हाँ कि तैनू प्रसन्न जिहड़ा है वो किवें कीता जाए। पिता हों जानो नाही तेरी कवन जुगता, किहड़ी जुगती दे नाल तैनू प्रसन्न करां, मैं किवें तैनू खुश करां, किवें तैनू मैं ध्यावां कि तू जिहड़ा खुश हो जाए, प्रसन्न हो जाए। अते हे संत जनो पिता प्रभु मैनू माया दे बंधना तो आजाद करन वाला है, वो मैनू अपना जानदा है। वेखो किन्ने भरोसे भरे लफ्ज हैं जिहड़े धन गुरु अर्जन साहब जी वरत रहे ने, कि मैनू पता है कि तू मेरा है ते मैं तेरा, कि तू मैनू बख्श लएगा, पर हुण मैं खुश किवें करना है। इस करके पातशाह जी आख रहे हैं बंधन मुक्त संतो, कि बंधना तो मुक्त किवें होना है। इस करके मेरी रख है ममता, क्योंकि मेरा तेरे नाल जिहड़ा प्रेम है, क्योंकि वो मैनू अपना जानदा है कि तेरे ते मेरे विच बड़ा जिहड़ा हो संबंध है। भये कृपाल ठाकुर रहयो आवन जाना, पातशाह जी आखन लगे भयो कृपाल, जदों पालनहार मालिक प्रभु जिस मनुख उत्ते फिर दयावान हो जाता है, कृपा कर दिंदा है, ਅਤੇ ਫਿਰ ਉਸ ਦਾ ਜਨਮ ਮਰਨ ਦਾ ਗੇੜ ਹੈ ਉਹ ਮੁੱਕ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਰਹਿਓ ਆਵਣ ਜਾਣਾ, ਆਉਣ ਜਾਣ ਦਾ ਜਿਹੜਾ ਗੇੜ ਹੈ ਉਹ ਖਤਮ ਹੋ ਜਾਂਦਾ ਹੈ। ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ, हे नानक गुरु नूं मिल के ही ਉਹ ਮਨੁੱਖ ਉਸ ਬੇਅੰਤ ਪਰਮਾਤਮਾ ਦੇ ਨਾਲ ਫਿਰ ਡੂੰਘੀ ਸਾਂਝ ਪਾ ਲੈਂਦਾ ਹੈ, ਕਿ ਉਸ ਮਾਲਕ ਨੂੰ ਪ੍ਰਸੰਨ ਕਿਵੇਂ ਕਰਨਾ ਹੈ, ਖੁਸ਼ ਕਿਵੇਂ ਕਰਨਾ ਹੈ, ਉਹਦੇ ਤੋਂ ਦਇਆ ਕਿਵੇਂ ਪ੍ਰਾਪਤ ਕਰਨੀ ਹੈ। ਪਾਤਸ਼ਾਹ ਜੀ ਆਖਣ ਲੱਗੇ ਇਹ ਗੁਰੂ ਨੂੰ ਮਿਲ ਕੇ ਹੀ ਤਰੀਕਾ ਢੰਗ ਜਿਹੜਾ ਉਹ ਸਿੱਖਿਆ ਜਾ ਸਕਦਾ ਹੈ। ਥੋੜੀ ਜਿਹੀ ਆਵਾਜ਼ ਦੇ ਵਿੱਚ ਅੱਜ ਪ੍ਰੋਬਲਮ ਲੱਗ ਰਹੀ ਹੈ, ਜੇ ਇੱਥੇ ਚਾਬੀ ਅਵੇਲੇਬਲ ਹੈ ਤਾਂ ਥੋੜੀ ਜਿਹੀ ਸੈਟਿੰਗ ਕਰ ਦਿੱਤੀ ਜਾਏ।
ਸਾਊਂਡ ਦੀ ਚਾਬੀ ਜਸਪਾਲ ਸਿੰਘ ਜੀ हैगी चाबी? साउंड की चाबी आवाज़ है जिहड़ी श्री राग महला पंजवा घर पहला। संत जना मिल भाईया कट्टियड़ा जमकाल। कट्टियड़ा जमकाल पातशाह जी आखन लगे कि हुण ये पंजवें पातशाह जी का घर पहले दे अंदर ये शब्द सतगुरु जी ने उचारण करना कीता है कि जिस मनुख नूं फिर संत जना मिल पाईयां, कि जिस मनुख नूं फिर पूरा गुरु जिहड़ा वो मिल पैंदा है, संत जना मिल पाईयां कट्टियड़ा जमकाल, फिर उसका सारा जिहड़ा है माया का जिहड़ा मोह है, माया का जाल है, कट्टियड़ा जमकाल, माया का मोह अते जम का जाल है जिहड़ा वो नाश हो जाता है। कि माया ने जिहड़े विकारां दे रूप विच विचारां दे रूप दे विच जाल पाया होया मनुख ते संत जना कि गुरमुखां दी संगत दे विच बैठ के फिर उहदा ये खतरा दूर हो जाता है। भाव ये माया का जाल है जिहड़ा ये मुक जाता है, ये खत्म हो जाता है ते इस दे नाल फिर उसका आत्मक मौत जिहड़ी मंडराउंदी रहिंदी हमेशा ही, वो भी फिर डर है वो मुक जाता है। सच्चा साहिब मन उठा होआ खसम दयाल। कि जदों फिर खसम दयाल हो जाता है, भाव वो मालिक परमेश्वर जदों जिस मनुख के उत्ते फिर दयावान हो जाता है, वो सदा थिर सच्चा तो भाव सदा थिर सदा ही रहने वाला मालिक परमेश्वर, सदा थिर मालिक प्रभु दे मालिक प्रभु उस दे मन विच आ वसदा है, जिहदे उत्ते वो रहमत करता है। पूरा सतगुर भेटिया बिनसिया सब जंजाल। फिर जिस मनुख नूं पूरा गुरु मिल पैंदा है, भेटिया तो भाव जिहदी भेंट हो जाती है, मिलाप हो जाता जिहदा, फिर जिन्हों पूरा गुरु मिल पैंदा है उसका फिर सारा ये जंजाल है माया का विकारां दा वो मुक जाता है, खत्म हो जाता है, नाश हो जाता है। मेरे सतगुरा हों तुद विटों कुर्बान। पातशाह जी आखन लगे कि हे मेरे सतगुरा, कि हे मेरे सतगुरु हों तुद विटों कुर्बान, कि मैं तेरे दर्शन तो मैं तेरे तो जिहड़ा है वो सदके जाना हाँ, तेरे तो कुर्बान हुंदा है। विटों तो भाव तो तेरे दर्शन को बलिहारणे तुस दिता अमृत नाम। मैं वार वार तेरी तू बलिहार हुंदा हाँ, क्योंकि तू प्रसन्न हो के मैनू प्रभु दा आत्मक जीवन देन वाला नाम जिहड़ा है वो बख्शिया है। तुस दिता अमृत नाम, अमृत नाम है जिहड़ा तुसी मैनू बख्शिया है। जिन तू सेविया भाओ कर सेई पुरख सुजान। पातशाह जी आखने जिन तू सेविया, कि जिन्हां मनुखा ने हे प्रभु तैनू प्रेम दे नाल
ਧਿਆਇਆ ਹੈ ਸਿਮਰਿਆ ਹੈ ਸਈ ਪੁਰਖ ਸੁਜਾਨ। ਸੁਜਾਨ ਤੋਂ ਭਾਵ ਸਿਆਣੇ, ਕਿ ਉਹ ਮਨੁੱਖ ਫਿਰ ਸਿਆਣੇ ਹੋ ਗਏ ਨੇ। ਉਹ ਮਨੁੱਖ ਜਿਹੜੇ ਹਨ ਉਹਨਾਂ ਨੂੰ ਚੰਗੇ ਤੇ ਮੰਦੇ ਦੀ ਜਿਹੜੀ ਸੋਝੀ ਉਹ ਪ੍ਰਾਪਤ ਹੋ ਗਈ ਹੈ। ਤਿਨਾ ਪਿਛੈ ਛੁਟਿਐ ਜਿਨ ਅੰਦਰ ਨਾਮ ਨਿਧਾਨ। ਨਾਮ ਨਿਧਾਨ ਦਾ ਕੀ ਅਰਥ ਹੈ ਜੀ? ਨਾਮ ਦਾ ਖਜ਼ਾਨਾ। ਇੱਥੇ ਪਰ ਨਾਮ ਦੇ ਨਾਲ ਦੱਦਾ ਨੂੰ ਕੰਨਾਂ ਤੇ ਆ ਨਹੀਂ ਸਕਦਾ, ਕਿਉਂਕਿ ਔਂਕੜ ਲੱਗਾ ਹੋਇਆ। ਕਿਉਂਕਿ ਆਪਾਂ ਦੇਖਦੇ ਹਾਂ ਨਾ, ਜਿੱਥੇ ਔਂਕੜ ਹੋਵੇ ਉੱਥੇ ਸੰਬੰਧਕ ਨਹੀਂ ਆਉਂਦਾ। ਦਾ ਵਿੱਚ ਜਾਂ ਇਹ ਸ਼ਬਦ ਜਿਹੜੇ ਹਨ ਉੱਥੇ ਨਹੀਂ ਵਰਤੇ ਜਾਂਦੇ। ਜਦੋਂ ਇੱਕ ਵਚਨ ਪੁਲਿੰਗ ਸ਼ਬਦ ਹੋਵੇ ਉਹਦੇ ਨਾਲ ਦਾ ਨਹੀਂ ਆਉਂਦਾ। ਦਾ ਕਰਕੇ ਅਰਥ ਨਹੀਂ ਹੋਣਗੇ, ਦੀ ਕਰਕੇ ਅਰਥ ਨਹੀਂ ਹੋਣਗੇ, ਜਾਂ ਵਿੱਚ ਉੱਤੇ ਦੁਆਰਾ ਅਰਥ ਹਨ ਜਿਹੜੇ ਉਹ ਆਦਿ ਨਹੀਂ ਹੁੰਦੇ ਹਨ। ਨਾਮ ਨਿਧਾਨ। ਸਤਿਗੁਰੂ ਪਾਤਸ਼ਾਹ ਜੀ ਆਖਦੇ ਕਿ ਜਿਨ ਅੰਦਰ ਨਾਮ ਨਿਧਾਨ, ਜਿਨ੍ਹਾਂ ਦੇ ਅੰਦਰ ਨਾਮ ਰੂਪ ਖਜ਼ਾਨਾ ਹੈ ਜਿਹੜਾ ਫਿਰ ਪ੍ਰਗਟ ਹੋ ਜਾਂਦਾ ਹੈ, ਵਸ ਪੈਂਦਾ ਹੈ। ਨਾਮ ਰੂਪ ਖਜ਼ਾਨਾ, ਕਿ ਜਿਨ੍ਹਾਂ ਦੇ ਵਿੱਚ ਫਿਰ ਜਿਨ੍ਹਾਂ ਦੇ ਹਿਰਦੇ ਵਿੱਚ ਤੇਰਾ ਨਾਮ ਖਜ਼ਾਨਾ ਹੈ ਜਿਹੜਾ ਉਹ ਵਸਦਾ ਹੈ। ਪਾਤਸ਼ਾਹ ਜੀ ਆਖਣ ਲੱਗੇ ਤਿੰਨਾਂ ਪਿੱਛੇ ਛੁੱਟੀ ਹੈ। ਫਿਰ ਉਹ ਮਨੁੱਖ ਹੀ ਹਨ, ਉਹਨਾਂ ਦੀ ਸ਼ਰਨ ਪੈ ਕੇ ਹੀ ਵਿਕਾਰਾਂ ਤੋਂ ਬਚ ਜਾਈਦਾ ਹੈ। ਕਿ ਸਹਿਜੇ ਹੈ ਕਿ ਜਿਹਦੇ ਕੋਲ ਖਜ਼ਾਨਾ ਹੈ ਉਹ ਟਿਕਿਆ ਹੋਏਗਾ। ਤੇ ਜਿਹਨੇ ਹੁਣ ਉਸ ਜੀਵਨ ਦੀ ਪ੍ਰਾਪਤੀ ਕਰਨੀ ਹੈ ਕਿ ਵਿਕਾਰਾਂ ਤੋਂ ਮੈਂ ਕਿਵੇਂ ਬਚਾਂ, ਕਿਵੇਂ ਮੈਂ ਸ਼ਾਂਤੀ ਪ੍ਰਾਪਤ ਕਰਾਂ, ਕਿਵੇਂ ਮੈਂ ਆਪਣੇ ਮਨ ਦਾ ਟਿਕਾਊ ਕਰਾਂ, ਸਹਿਜੇ ਹੈ ਕਿ ਫਿਰ ਉਹਨਾਂ ਮਨੁੱਖਾਂ ਦੀ ਸੰਗਤ ਵਿੱਚ ਜਾਣਾ ਹੀ ਪਵੇਗਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਖਜ਼ਾਨਾ ਹੈ ਜਿਹੜਾ ਉਹ ਵਸਿਆ ਹੋਇਆ ਹੈ, ਪ੍ਰਗਟ ਹੋਇਆ ਹੈ। ਗੁਰ ਜੀਵਟ ਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਦਾਨ। ਪਾਤਸ਼ਾਹ ਜੀ ਆਖਣ ਲੱਗੇ ਪਰ ਨਾਮ ਦੀ ਇਹ ਦਾਤ ਗੁਰੂ ਤੋਂ ਹੀ ਮਿਲਦੀ ਹੈ, ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ। ਗੁਰੂ ਜਿੱਡਾ ਹੋਰ ਕੋਈ ਦਾਤਾ ਨਹੀਂ ਹੈ, ਕਿਉਂਕਿ ਉਸਨੇ ਆਤਮਿਕ ਜੀਵਨ ਦੀ ਦਾਤ ਜਿਹੜੀ ਉਹ ਬਖਸ਼ ਦਿੱਤੀ ਹੈ, ਦੇ ਦਿੱਤੀ ਹੈ ਆਤਮਿਕ ਜੀਵਨ ਦੀ ਦਾਤ, ਕਿਉਂਕਿ ਗੁਰੂ ਹੀ ਸਭ ਤੋਂ ਵੱਡਾ ਦਾਤਾ ਹੈ। ਨਾਮ ਦਾ ਖਜ਼ਾਨਾ ਵੀ ਉਹ ਹੈ ਅਤੇ ਉਹੀ ਹੈ ਮਨੁੱਖ ਦੇ ਅੰਦਰ ਫਿਰ ਉਸ ਖਜ਼ਾਨੇ ਦੀ ਬਖਸ਼ਿਸ਼ ਕਰਨ ਵਾਲਾ, ਉਹੀ ਹੈ ਉਸ ਦੇ ਮਾਲਕ ਦੇ ਮਾਰਗ ਤੇ ਚੱਲਣ ਦਾ ਰਸਤਾ ਦੱਸਣ ਵਾਲਾ। ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ। ਜਿਨ੍ਹਾਂ ਨੂੰ ਫਿਰ ਪ੍ਰੇਮ ਦੀ ਬਰਕਤ ਦੇ ਨਾਲ ਗੁਰੂ ਆ ਮਿਲਦਾ ਹੈ, ਗੁਰੂ ਨਾਲ ਜਿਨ੍ਹਾਂ ਦਾ ਫਿਰ ਮਿਲਾਪ ਹੋ ਜਾਂਦਾ ਹੈ, ਜਿਹੜੀ ਸ਼ਰਧਾ ਦੇ ਨਾਲ ਗੁਰੂ ਨੂੰ ਧਿਆਉਂਦੇ ਨੇ, ਫਿਰ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ, ਫਿਰ ਉਹਨਾਂ ਤੇ ਦਇਆਵਾਨ ਹੁੰਦਾ ਹੈ ਤੇ ਫਿਰ ਜਗਤ ਵਿੱਚ ਆਏ ਹੋਏ ਉਹੀ ਮਨੁੱਖ ਜਿਹੜੇ ਉਹ ਪ੍ਰਵਾਨ ਮੰਨੇ ਜਾਂਦੇ ਨੇ, ਉਹੀ ਪ੍ਰਵਾਨ ਹੁੰਦੇ ਨੇ, ਉਹੀ ਕਬੂਲ ਹੁੰਦੇ ਹਨ, ਉਹੀ ਸੁਰਖ ਰੂਹ ਹੁੰਦੇ ਹਨ। ਸੱਚੇ ਸੇਤੀ ਰਤਿਆ ਦਰਗਾਹ ਬੈਸਨ ਜਾਏ। ਪਾਤਸ਼ਾਹ ਜੀ ਆਖਣ ਲੱਗੇ ਫਿਰ ਗੁਰੂ ਦੀ ਸਹਾਇਤਾ ਦੇ ਨਾਲ ਹੀ, ਕਿਉਂਕਿ ਗੁਰੂ ਹੀ ਮਾਰਗਦਰਸ਼ਨ ਕਰਦਾ ਹੈ, ਗੁਰੂ ਹੀ ਰਸਤਾ ਦੱਸਦਾ ਹੈ, ਗੁਰੂ ਹੀ ਨਾਮ ਦੀ ਦਾਤ ਦਿੰਦਾ ਹੈ। ਇਸ ਕਰਕੇ ਸਦਾ ਫਿਰ ਪ੍ਰਭੂ ਦੇ ਨਾਮ ਨਾਲ ਫਿਰ ਰੰਗ ਕਰਕੇ ਉਹਨਾਂ ਨੂੰ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਬੈਠਣ ਨੂੰ ਜਿਹੜੀ ਥਾਂ ਹੈ ਉਹ ਮਿਲ ਜਾਂਦੀ ਹੈ। ਉਹਦੇ ਘਰ ਜਿਹੜਾ ਹੈ ਉਹ ਮਨੁੱਖ ਪਹੁੰਚ ਜਾਂਦਾ ਹੈ। ਕਹਿਣ ਤੋਂ ਭਾਵ ਹੈ ਕਿ ਫਿਰ ਇਹ ਜਿਹੜਾ ਜੀਵਨ ਹੈ ਇਹ ਉਸ ਮਾਲਕ ਦੇ ਅਨੁਸਾਰ ਹੀ ਹੋ ਜਾਂਦਾ ਹੈ। ਫਿਰ ਹਰ ਪਾਸੇ ਉਹੀ ਨਜ਼ਰੀ ਪੈਂਦਾ ਹੈ ਕਿ ਹਜ਼ੂਰੀ ਤੇ ਸਾਰੀ ਉਹਦੀ, ਉਸ ਮਾਲਕ ਦੀ। ਫਿਰ ਟਿਕਾ ਬਣ ਜਾਂਦਾ ਹੈ, ਹਰ ਪਾਸੇ ਉਹ ਮਾਲਕ ਹੀ ਦਿਸਦਾ ਹੈ ਕਿਸੇ ਤੇਰੀ ਹਜ਼ੂਰੀ ਵਿੱਚ। ਹਾਂ,
फिर एक अदब सहित जिहड़ा डर है वो जीवन दे विच रहिंदा है कि हे मालिक तू ही सब कुछ करन कराउण वाला है। करते हथ वड्याइयां पूरब लिखिया पाए। पातशाह जी आखन लगे फिर ये हजूरी विच बैठण दी दात, नाम दी दात, आत्मक जीवन, ये सब वड्याइयां ने जिहड़ियां ये उस मालिक दे अपने हथ विच ही हन। फिर जिस उत्ते फिर वो मेहर करता है उही मनुख फिर अपनी जन्म विच कीती नेक कमाई दा फिर लेख वो प्राप्त कर लैंदा है कि जिहो जी फिर कर्म उस मालिक दे हुक्म विच गुरु दे शब्द दे अनुसार ही करता है फिर उन्हों ओहो जे फल जिहड़े हन वो प्राप्त होंदे हन। सच करता सच करनहार, सच साहिब सच टेक। पातशाह जी हुण आख रहे हैं कि जगत दा करता जो सब कुछ करन दी समर्थ है, सब दा वो मालिक है, सदा कायम रहने वाला है, ओही सब दा सहारा है। ये शब्द टोटल 8 जिहड़े शब्द ने इस पंक्ति दे अंदर ते 8 दे विचों 4 वारी सच लिखिया सतगुरु जी ने। ये एक एक शब्द का दूजे दूजे दे नाल जिहड़ा है वो संबंध है। सच करता कि वो मालिक सच्चा है जिन्हें ये सब कुछ जिहड़ा कुछ करता वो सच्चा है। सच करनहार ते जो वो सच्चा करता है वो आप ही करनहार है। सच साहिब वो मालिक स्वामी भी सदा थिर रहन वाला है। अते सच टेक अते ओदा सहारा भी सच्चा है। उहदे विच कोई ऊणता ही नहीं है कि वो किसी नूं सहारा नहीं दिंदा, वो सदा ही जीवां दा उहनूं सहारा है। जे ओदा सहारा है तो सानूं सवास आ रहे है, जे ओदा सहारा है तो जीवन दे विच है जिहड़ा वो चहल पहल है। जे ओदा सहारा नहीं तो फिर सहजे है मनुख उस वेले मिट्टी हो जाता है। उस वेले फिर जिवें पिछले दिनी आपां सरवण कीता सीगा ना फिर कि छड्ड के परां हो जाते ने नाल दी नाल कि नहीं हुण बस। इसे करके कि वो सच्चा मालिक ओदा ही सब नूं जिहड़ा वो सहारा है, टेक है। सच्चो सच वखाणीਐ सच्चो बुद्ध बबेक। पातशाह जी आखदे कि हरेक जीव उसे नूं ही सदा फिर रहन वाला आखदा है। सच्चो सच वखाणीए, कोई होर तां नहीं किसी नूं आखदा। भावें जितने मर्जी कोई गुरु पीर आदि होए होण, वो कदे उन्होंने सदा थिर नहीं आख्या जा सकता क्योंकि वो आउण जाण वाले हैं। जिन्हां ने देही धारण की उन्होंने आके ते एक दिन देही का समा पूरा होने ते चले जाना है जदों सवास खत्म हो गए। पर वो मालिक सच्चा है, इस करके सच्चो सच वखाणीए उन्होंने सारे सच्चा ही आखते हैं कि वो ही सदा थिर रहन वाला है। वो ही सदा थिर जिहड़ा है सदा दे लई आद सच जुगाद सच है भी सच नानक होसी भी सच, कि वो हमेशा ही सच रूप है। सच्चो बुद्ध विवेक पातशाह जी आखन लगे वो सदा फिर प्रभु ही असली परख दी बुद्धि रखन वाला है कि वो आप ही है कि जिहड़ा हर प्रकार की बुद्धि रखदा है। विवेक है उहदे कोल की चंगा है की माड़ा है। भावें मनुख जिन्नियां मर्जी लुक के चतुराइयां कर ले माड़े कर्म कर ले ते ओदे दर ते जां गुरु दी हजूरी विच आ करके जिहड़ा है वो बड़ा सच्चा सुच्चा होने का यतन करे। पर पातशाह जी आखणगे वो सच्ची विवेक बुद्धि का मालिक है कि मता किते तैनूं वेख के आखे कि भुलेखा खा जाएगा कि नहीं नहीं तो बंदा बहुत चंगा बंदा है, बड़ियां वधिया गल्लां भी करदा ते बड़ा चंगा जीवन वाला भी लगदा। क्योंकि आम है ना कि बहुती वार तजर्बेकार बंदे हुंदे ने वो अंदाजा ला लैंदे ने, पर कई चलाक बंदे इहो जे हुंदे ने वो अपना भेत ही नहीं दिंदे। क्योंकि हुण किसी नूं किसी दा की भेत है कि आपां सारे एक दूजे दे नाल जुड़ के बैठे होए, नाल दे मन विच की चलदा पिया सानूं की पता है।
क्योंकि साडे कोल तो इन्नी बुद्धि नहीं ना, इन्ना अंदाजा नहीं ला सकते कि की सोच है, की काम करदा, की करना है। ऐसा तो नहीं आपां दस सकते, पर मालक है जिहड़ा वो असली परख रखण वाली जिहड़ी उहदे कोल बुद्धि रखण वाला है। सच्चो बुद्ध विवेक सर्व निरंतर रव रहिया, जप नानक जीवै एक। पातशाह जी आखन लगे वो सब जीवां दे अंदर है, सारे जीवां दे अंदर व्यापक है। हे नानक, जिहड़ा मनुख उस एक प्रभु दा नाम जपदा है, ध्याउंदा है, उस नूं आत्मक जीवन प्राप्त हुंदा है। उहनूं फिर अंदर दे सुख दी जिहड़ी दात है वो मिल जांदी है। जीवै एक, जिहड़ा एक दे नाल फिर सांझ पा लैंदा है। श्री राग महला पंजवा। गुर परमेश्वर पूजिए मन तन लाए प्यार। सतगुरु पातशाह जी आखन लगे गुर परमेश्वर पूजिए कि गुरु जड़ा है वो परमात्मा का रूप है। गुर परमेश्वर की परमेश्वर का रूप ही है गुरु। गुर परमेश्वर एको जान कि एको ही रूप है। मता किते तू भुलेखा खा जाए कि गुरु हो रहा है ते रब हो रहा है, नहीं। गुरु नाल जुड़ेगा तो तां ही रब की प्राप्ति होनी, मालक दे नाल मिलाप होना। इस करके कि गुरु ही परमेश्वर रब नाल मिलाउण वाला है। गुरु ही जिहड़ा है उस मालक दा रूप है। इस करके गुरु वास्ते अपने मन विच हिरदे विच प्यार बना ते उस नूं अपने हिरदे दे विच आदर दी जिहड़ी है वो थां देनी चाहिदी है। क्योंकि गुरु ही मिलाउण वाला है, गुरु ही जोड़न वाला है। परमेश्वर पूजिए तो भाव आदर देना, सत्कार करना। सतगुर दाता जी का सबसे दे आधार। इत्थे शब्द जी वरतिया है। बहुती वार असी कई बार ये भी उचारण करते हाँ जी। ऐड़ा है जिहड़ा वो इकल्ला नहीं बोलिया जाता, वो मात्रा दे नाल जदों ऐड़े नूं कन्ना आएगा ना, उदों जे बहुतियां दी गल है तां जियां होएगा उचारण, ते जे एक दी गल है तो फिर जिया। इसे करके इत्थे सबना सतगुर दाता जी का सबसे दे आधार। पातशाह जी आखन लगे कि गुरु आत्मक जीवन देन वाला है। गुरु हरेक शरण आए जीव नूं परमात्मा दे नाम दा आसरा जिहड़ा है वो दिंदा है। सतगुर दाता जी का सबना जीवां दा वो सहारा है। वो सारियां नूं ही शरण आए जीव नूं जिहड़ा उस परमेश्वर दे नाम दी दात बख्शिश करके आधार दिंदा है। आधार तो भाव सहारा आसरा बख्शदा है। सतगुर बचन कमावणे सच्चा ए विचार। सब तो सच्चा विचार किहड़ा है? सतगुरु जी ने आख्या किहड़ा है? सच्चा ए विचार। किहड़ा विचार सच्चा है? पिछले सतगुर बचन कमावणे कि सब तो उत्तम यही अकल है, यही जिहड़ा है विचार है कि गुरु दे बचन कमाए जाण, गुरु दे उपदेश अनुसार ही अपना जीवन जीविया जाए, गुरु दे शब्द अनुसार ही अपना जीवन है जिहड़ा वो जिया जाए, घड़िया जाए। बिन साधु संगत रत्या माया मोह सब शार। पातशाह जी आखन लगे बिन साधु संगत। साधु का अर्थ की है जी? गुरु। कि गुरु की संगत तो बिना
ਰਤਿਆਂ ਤੋਂ ਭਾਵ ਉਹਦੀ ਗੁਰੂ ਦੀ ਸੰਗਤ ਵਿੱਚ ਸ਼ਰਧਾ ਬਣਾਉਣ ਤੋਂ ਬਿਨਾ, ਗੁਰੂ ਦੀ ਸੰਗਤ ਵਿੱਚ ਪਿਆਰ ਪਾਉਣ ਤੋਂ ਬਿਨਾ ਮਾਇਆ ਮੋਹ ਸਭ ਛਾਰ, ਕਿ ਜਿਹੜਾ ਇਹ ਮਾਇਆ ਦਾ ਮੋਹ ਹੈ ਜੋ ਸਾਰੇ ਦਾ ਸਾਰਾ ਵਿਅਰਥ ਹੈ, ਇਹ ਛਾਰ ਹੈ। ਕਿਉਂਕਿ ਮਾਇਆ ਦਾ ਮੋਹ ਵਿਅਰਥ ਹੀ ਹੈ, ਛਾਰ ਤੋਂ ਭਾਵ ਮਿੱਟੀ, ਵਿਅਰਥ। ਕਿ ਫਿਰ ਇਹ ਜੀਵ ਉੱਤੇ ਆਪਣਾ ਜ਼ੋਰ ਪਾਈ ਰੱਖਦਾ ਜਿੰਨਾ ਚਿਰ ਮਨੁੱਖ ਗੁਰੂ ਦੀ ਸੰਗਤ ਵਿੱਚ ਪ੍ਰੇਮ ਨਾ ਧਾਰਨ ਕਰੇ, ਸ਼ਰਧਾ ਨਾ ਲਾਏ। ਕਿਉਂਕਿ ਸੰਗਤ ਵਿੱਚ ਤੇ ਬਥੇਰੇ ਜੀਵ ਆਉਂਦੇ ਹੈ, ਮੇਰੇ ਵਰਗੇ ਵੀ ਆ ਕੇ ਨਮਸਕਾਰ ਕਰਕੇ 5-7 ਮਿੰਟ ਬੈਠ ਕੇ ਉੱਠ ਕੇ ਚਲੇ ਜਾਂਦੇ, ਸੰਗਤ ਉਹਨਾਂ ਨੇ ਵੀ ਕੀਤੀ ਹੈ। ਪਰ ਕਈ ਵਾਰ ਸਿਰਫ ਹੈ ਜਿਹੜਾ ਉਹ ਇੱਕ ਇੰਜ ਕਹਿ ਲਈਏ ਕਿ ਗੁਰੂ ਘਰ ਆਉਣਾ ਸਭ ਸਿੱਖਾਂ ਵਾਸਤੇ ਹੁਕਮ ਹੈ, ਜ਼ਰੂਰੀ ਹੈ। ਪਰ ਜਿੰਨਾ ਚਿਰ ਗੁਰੂ ਦੇ ਸ਼ਬਦ ਵਿੱਚ ਪ੍ਰੇਮ ਨਾ ਲਾਇਆ, ਗੁਰੂ ਦੇ ਸ਼ਬਦ ਨੂੰ ਧਾਰਨ ਨਾ ਕੀਤਾ, ਉਹਨਾਂ ਸਮਾਂ ਪਾਤਸ਼ਾਹ ਜੀ ਆਖਣਗੇ ਤਬਦੀਲੀ ਨਹੀਂ, ਉਹਨਾਂ ਚਿਰ ਮਾਇਆ ਪ੍ਰਭਾਵ ਪਾਈ ਰੱਖੇਗੀ। ਕਿਵੇਂ ਪ੍ਰਭਾਵ ਪਾਉਂਦੀ ਹੈ, ਆਪਾਂ ਛੋਟੀ ਜਿਹੀ ਉਦਾਹਰਨ ਨਾਲ ਸਮਝ ਲਈਏ। ਕਈ ਵਾਰ ਹੁੰਦਾ ਕਿ ਗੁਰੂ ਦੀ ਸੰਗਤ ਦੇ ਵਿੱਚ ਬੈਠੇ ਹੋਈਏ, ਹਜ਼ੂਰੀ ਦੇ ਵਿੱਚ ਕਥਾ ਚੱਲ ਰਹੀ ਹੋਵੇ, ਕੀਰਤਨ ਹੋ ਰਿਹਾ ਹੋਵੇ, ਗੁਰਬਾਣੀ ਦਾ ਪਾਠ ਹੋ ਰਿਹਾ ਹੋਵੇ, ਤੇ ਕਈ ਵਾਰ ਕਈ ਐਸੇ ਮਨੁੱਖ ਹੁੰਦੇ ਨੇ ਜਿਹੜੇ ਆਪਣੀਆਂ ਗੱਲਾਂ ਨੂੰ ਫਿਰ ਜ਼ਿਆਦਾ ਮਹੱਤਤਾ ਦੇ ਦਿੰਦੇ ਆ। ਫਿਰ ਉੱਥੇ ਗੁਰੂ ਦੀ ਸੰਗਤ ਦੇ ਵਿੱਚ ਤਾਂ ਉਹਨਾਂ ਦਾ ਕੋਈ ਪ੍ਰੇਮ ਨਹੀਂ, ਕਿਉਂਕਿ ਉਹ ਆਪਣੀਆਂ ਗੱਲਾਂ ਨੂੰ ਮਹਾਨਤਾ ਦੇ ਰਹੇ ਆ। ਜਾਂ ਕਈ ਬਹੁਤੇ ਬੰਦੇ ਇੱਥੋਂ ਦੀ ਵੇਖਣ ਦੀ ਗੱਲ ਹੈ ਕਿ ਨਮਸਕਾਰ ਕਰਦੇ ਆਉਂਦੇ ਆਉਂਦੇ ਰਸਤੇ 'ਚ ਫੋਨ ਆ ਗਿਆ, ਫੋਨ ਕੰਨ ਨੂੰ ਲਾ ਕੇ ਸਿੱਧੇ ਗਾਂ ਚਲੇ ਗਏ, ਫਿਰ ਵੀ ਨਹੀਂ ਗੱਲ ਬਣੀ, ਫਿਰ ਸਿੱਧੇ ਵਾਪਸ। ਇਹ ਪ੍ਰੇਮ ਨਹੀਂ ਹੈ, ਇਹ ਬੱਧਾ ਝੱਟੀ ਕਹਿ ਲਈਏ ਕਿ ਸਿਰਫ ਡੰਨ ਜਾਂ ਭਰਨਾਉਣੇ ਕਿਸੇ ਗੁਰਦੁਆਰੇ ਆਏ। ਇਹ ਮੇਰੇ ਅੱਖੀਂ ਵੇਖਣ ਦੀ ਗੱਲ ਹੈ। ਖੈਰ, ਕਹਿਣ ਤੋਂ ਭਾਵ ਹੈ ਕਿ ਆਪਣਾ ਫੋਨ ਹੁਣ ਸਭ ਨੂੰ ਪਤਾ ਹੈ ਕਿ ਲਿਖਿਆ ਵੀ ਬਾਹਰ ਕਿ ਸਾਇਲੈਂਟ ਕਰਕੇ ਆਓ ਭਾਈ ਗੁਰੂ ਘਰ ਦੇ ਅੰਦਰ, ਫਿਰ ਵੀ ਆਪਣਾ ਫੋਨ ਰਿੰਗ ਤੇ ਰੱਖਣਾ, ਔਰ ਜੇ ਕਿਤੇ ਆ ਜਾਣਾ ਤੇ ਝੱਟ ਛੱਡਣਾ, ਜੋ ਵੀ ਚੱਲ ਰਿਹਾ ਵਾ ਚੁੱਕਿਆ ਫੋਨ, ਜਾਂ ਤਾਂ ਉੱਥੇ ਗੱਲ ਕਰਨ ਲੱਗੇ ਜਾਂ ਬਾਹਰ ਚਲੇ ਗਏ। ਇਹਦਾ ਭਾਵ ਕੀ ਹੈ ਕਿ ਸ਼ਬਦ ਨਾਲ ਸਾਨੂੰ ਕੋਈ ਪ੍ਰੇਮ ਨਹੀਂ ਹੈ। ਬਸ ਅਸੀਂ ਸਿਰਫ ਇੱਥੇ ਬੈਠੇ ਹਾਂ, 10 ਮਿੰਟ ਆ ਕੇ ਬਾਬਾ ਕੀ ਕਹਿ ਰਿਹਾ ਹੈ, ਉਹ ਥੋੜੇ ਜਿਹੇ ਸਮੇਂ ਵਾਸਤੇ ਚੇਤਾ ਹੋਏਗਾ, ਨਹੀਂ ਤੇ ਫਿਰ ਉਹ ਕਿਸੇ ਦੇ ਵਿੱਚ ਵੀ ਹੋ ਸਕਦਾ ਹੈ, ਕਿਸੇ ਵੀ ਤਰੀਕੇ ਦੀ ਵਿਚਾਰ ਕਿ ਜਿਹਦੇ ਨਾਲ ਮਨ ਸਾਡਾ ਭਟਕ ਜਾਏ। ਐਸਾ ਹੁੰਦਾ ਹੈ ਕਿਉਂਕਿ ਮਾਇਆ ਦਾ ਜੇ ਮੋਹ ਹੈ, ਜੇ ਦੁਨਿਆਵੀ ਵਸਤਾਂ ਦਾ ਮੋਹ ਹੈ, ਤਾਂ ਹੀ ਜਿਹੜਾ ਹੈ ਅਸੀਂ ਗੁਰੂ ਦੇ ਸ਼ਬਦ ਨੂੰ ਧਾਰਨ ਨਹੀਂ ਕਰ ਸਕਦੇ, ਤਾਂ ਹੀ ਅਸੀਂ ਉੱਠ ਕੇ ਜਾਵਾਂਗੇ। ਕਈ ਕਾਰਨ ਹੋ ਸਕਦੇ ਉਹਦੇ, ਕਿਉਂਕਿ ਗੁਰੂ ਦੇ ਸ਼ਬਦ ਵਿੱਚ ਪ੍ਰੇਮ ਨਹੀਂ ਹੈ। ਜੇ ਪ੍ਰੇਮ ਹੋਏਗਾ, ਕੋਈ ਗੱਲ ਨਹੀਂ 10 ਮਿੰਟ ਬਾਅਦ ਦੇ ਵਿੱਚ ਸਹੀ, ਫਿਰ ਕਰ ਲਾਂਗੇ, ਇਹਨੂੰ ਇੱਕ ਵਾਰੀ ਸਾਇਲੈਂਟ ਕਰਕੇ ਰੱਖ ਦਿਓ। ਅੱਛਾ, ਕੋਈ ਕੰਮ ਜ਼ਰੂਰੀ ਹੈ, ਕੋਈ ਗੱਲ ਨਹੀਂ, ਗੁਰੂ ਦੀ ਬਾਣੀ ਚੱਲ ਰਹੀ ਹੈ, 10 ਮਿੰਟ ਰੁਕ ਜਾਓ, ਕੋਈ ਗੱਲ ਨਹੀਂ, ਦੁਨਿਆਵੀ ਕੰਮ ਹੁੰਦੇ ਰਹਿਣੇ, ਸਾਰਾ ਸਮਾਂ ਕੰਮ ਦਾ ਹੀ ਹੁੰਦਾ ਹੈ। 2 ਘੰਟੇ ਸਵੇਰੇ ਹੁੰਦਾ, 2 ਘੰਟੇ ਸ਼ਾਮ ਨੂੰ ਦੀਵਾਨ ਜਿਹੜਾ ਵਿਸ਼ੇਸ਼ ਤੌਰ ਤੇ ਸਜਦਾ। ਜੇ ਮਨੁੱਖ ਕੋਲੇ ਇੰਨਾ ਵੀ ਸਮਾਂ ਨਹੀਂ, ਉਹਦੇ ਵਿੱਚ ਵੀ ਕਹਿੰਦਾ ਕਿ ਮੈਨੂੰ ਬੜੇ ਜ਼ਰੂਰੀ ਕੰਮ ਹੈ, ਤੇ ਫਿਰ ਭਾਈ ਤੂੰ ਪਹਿਲਾਂ ਜ਼ਰੂਰੀ ਕੰਮ ਹੀ ਨਿਪਟਾਇਆ ਫਿਰ ਹੀ ਆ ਜੀ। ਇਹ ਨਹੀਂ ਕਿ ਕੀਰਤਨ ਹੀ ਕਰਨੀ, ਪਰ ਇਹ ਵੀ ਨਹੀਂ ਕਿ ਗੁਰੂ ਦੀ ਹਜ਼ੂਰੀ ਵਿੱਚ ਨਹੀਂ ਆਉਣਾ, ਔਰ ਉੱਥੇ ਜੇ ਆਉਣਾ ਵੀ ਤੇ ਉੱਥੋਂ ਵੀ ਬਾਹਰ ਹੀ ਧਿਆਨ ਰੱਖਣਾ ਕਿ ਮੇਰੀ ਮੱਝ ਸੂਣ ਵਾਲੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨਮਾਜ਼ ਅਦਾ ਕਰਨ ਵਾਲੇ ਆਖਦੇ ਨੇ ਕਿ ਤੁਸੀਂ ਤਾਂ ਨਮਾਜ਼ ਅਦਾ ਹੀ ਨਹੀਂ ਕੀਤੀ। ਇੱਕ ਦਾ ਧਿਆਨ ਵਿਸ਼ੇਰੀ ਸੀ, ਦੂਜੇ ਦਾ ਕਿਤੇ ਹੋਰ ਸੀ ਕਿ ਮੇਰੀ ਵਿਸ਼ੇਰੀ ਜਿਹੜੀ ਸੌਣ ਵਾਲੀ ਹੈ ਲਾਗੇ ਖੂਹ ਦੇ ਵਿੱਚ ਬੱਚਾ ਨਾ ਡਿੱਗ ਪਏ। ਆਪਾਂ ਸਰਵਣ ਕਰਦੇ ਹਾਂ ਨਾ ਇਤਿਹਾਸ ਦੇ ਅੰਦਰ, ਕਿਉਂਕਿ ਸੰਖੇਪ ਦੇ ਵਿੱਚ ਸਾਂਝ ਪਾ ਰਹੇ ਕਿ ਬੈਠੇ ਇੱਥੇ ਆ, ਧਿਆਨ ਕਿਤੇ ਹੋਰ ਹੋਏ। ਕਿਉਂਕਿ ਹੁਣ ਬਹੁਤੇ ਕਰਕੇ ਆਪਣੇ ਇੱਥੇ ਟਰਾਈ ਸਿਟੀ ਦੇ ਵਿੱਚ ਘਰਾਂ ਦੇ ਵਿੱਚ ਮੇਡ ਨੇ ਜਾਂ ਹੋਰ ਹੈ ਕਿ ਜੇ ਸਵੇਰੇ ਆਏ ਪਤਾ ਨਹੀਂ ਮੇਡ ਨੇ ਆਉਣਾ ਕਿ ਨਹੀਂ ਆਉਣਾ, ਆਈ ਕਿ ਨਹੀਂ ਆਈ, ਸਫਾਈ ਹੋਈ ਕਿ ਨਹੀਂ ਹੋਈ, ਜਾਂ ਸ਼ਾਮ ਨੂੰ ਹੈ ਰੋਟੀ ਬਣਾਉਣੀ ਹੈ ਕਿ ਨਹੀਂ। ਕਈ ਕਾਰਨ ਕਿ ਧਿਆਨ ਆਪਦਾ ਉੱਥੇ ਹੋਏ। ਐਸਾ ਨਹੀਂ, ਜੇ ਸ਼ਬਦ ਹੈ, ਗੁਰੂ ਦੀ ਸੰਗਤ ਵਿੱਚ ਬੈਠੇ ਆ, ਤੇ ਫਿਰ ਮਨ ਵੀ ਇੱਥੇ ਤੇ ਤਨ ਵੀ ਇੱਥੇ, ਫਿਰ ਹੋਰ ਕਿਤੇ ਨਾ ਹੋਏ। ਜਿੰਨਾ ਸਮਾਂ ਵੀ ਲਾਉਣਾ 10 ਮਿੰਟ ਲਾਓ, ਪਰ ਲਾਓ ਐਸੇ ਕਿ ਤੁਹਾਡੇ ਪ੍ਰਵਾਨ ਹੋਣ। ਇਹ ਨਾ ਹੋਏ ਕਿ ਘੰਟਾ ਲਾਓ ਤੇ ਤੁਹਾਡਾ ਮਿੰਟ ਇੱਕ ਵੀ ਪ੍ਰਵਾਨ ਨਾ ਹੋਏ। ਐਸਾ ਨਹੀਂ। ਇਸੇ ਕਰਕੇ ਪਾਤਸ਼ਾਹ ਜੀ ਆਖਦੇ ਨੇ ਕਿ ਮਾਇਆ ਮੋਹ ਸਭ ਛਾਰ। ਇਹ ਜੋ ਵੀ ਮਨ ਦੌੜਦਾ ਹੈ ਜੀ, ਬਾਹਰ ਜਾਂਦਾ ਹੈ, ਤਾਂ ਇਹ ਮੋਹ ਹੈ, ਸਾਰਾ ਛਾਰ ਹੈ। ਮੇਰੇ ਸਾਜਨ ਹਰ ਹਰ ਨਾਮ ਸੰਭਾਲ,
ਸਾਜਨ ਤੋਂ ਭਾਵ ਮਿੱਤਰ, ਕਿ ਹੇ ਮੇਰੇ ਮਿੱਤਰ ਹਰ ਹਰ ਨਾਮ ਸੰਭਾਲ। ਉਸ ਮਾਲਕ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਸੰਭਾਲਣਾ ਕਰ, ਵਸਾਉਣਾ ਕਰ ਅਤੇ ਗੁਰੂ ਦੇ ਚਰਨਾਂ ਦੇ ਵਿੱਚ ਟਿਕਿਆ ਰਹਿ। ਸਾਧੂ ਸੰਗਤ ਮਨ ਵਸੈ, ਪੂਰਨ ਹੋਵੇ ਕਾਲ ਰਹਾਉ। ਗੁਰੂ ਦੀ ਸੰਗਤ ਮਨ ਵਸੈ, ਗੁਰੂ ਦੀ ਸੰਗਤ ਵਿੱਚ ਰਿਹਾ ਪ੍ਰਮਾਤਮਾ ਦਾ ਨਾਮ ਫਿਰ ਮਨ ਵਿੱਚ ਵਸਦਾ ਹੈ। ਪਰ ਇਹ ਉਦੋਂ ਹੀ ਵਸੇਗਾ ਜਦੋਂ ਪ੍ਰੇਮ ਹੋਏਗਾ, ਸ਼ਰਧਾ ਦੇ ਨਾਲ ਆਏਗਾ, ਉਤਨਾ ਸਮਾਂ ਨਹੀਂ। ਪੂਰਨ ਹੋਵੇ ਕਾਲ, ਤੇ ਕੀਤੀ ਹੋਈ ਮਿਹਨਤ ਹੈ ਜਿਹੜੀ ਉਹ ਸਫਲੀ ਹੋ ਜਾਂਦੀ ਹੈ। ਰਹਾਉ ਗੁਰ ਸਮਰੱਥ ਅਪਾਰ ਗੁਰ, ਵਡ ਭਾਗੀ ਦਰਸ਼ਨ ਹੋਏ। ਗੁਰੂ ਜਿਹੜਾ ਉਹ ਸਮਰੱਥ ਹੈ, ਸਭ ਕੁਝ ਕਰਨ ਵਾਲਾ ਹੈ, ਸਭ ਤਾਕਤਾਂ ਦਾ ਮਾਲਕ ਹੈ। ਅਪਾਰ ਗੁਰ, ਅਪਾਰ ਦਾ ਕੀ ਅਰਥ ਹੈ ਜੀ? ਬੇਅੰਤ, ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ। ਕਿ ਗੁਰੂ ਬੇਅੰਤ ਗੁਣਾਂ ਦਾ ਮਾਲਕ ਹੈ, ਜਿਹਦੇ ਗੁਣਾਂ ਦਾ ਕੋਈ ਅੰਤ ਪਾਰਾਵਾਰ ਨਹੀਂ ਹੈ, ਜਿਹੜਾ ਅਪਾਰ ਗੁਣਾਂ ਦਾ ਮਾਲਕ ਹੈ। ਵੱਡ ਭਾਗੀ ਦਰਸ਼ਨ ਹੋਏ, ਵੱਡੇ ਭਾਗਾਂ ਵਾਲੇ ਮਨੁੱਖ ਨੂੰ ਹੀ ਗੁਰੂ ਦਾ ਦਰਸ਼ਨ ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਹੁਣ ਵੱਡੇ ਭਾਗ ਨੇ ਆਪ ਸਭਨਾਂ ਦੇ, ਕਿ ਆਪ ਜੀ ਹੁਣ ਇੱਥੇ ਬੈਠੇ ਹੋ, ਦਰਸ਼ਨ ਕਰ ਰਹੇ ਹੋ, ਪਰ ਅਸਲ ਦਰਸ਼ਨ ਇਹ ਨੇ ਕਿ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾ ਲੈਣਾ, ਕਿ ਗੁਰੂ ਦੇ ਸ਼ਬਦ ਨੂੰ ਪਛਾਣ ਲੈਣਾ। ਅਸਲ ਦਰਸ਼ਨ ਉਹ ਨੇ। ਗੁਰ ਅਗੋਚਰ ਨਿਰਮਲਾ, ਗੁਰ ਜੀਵਡ ਅਵਰ ਨ ਕੋਏ। ਅਗੋਚਰ, ਅਗੋਚਰ ਭਾਵ ਗੋ ਤੋਂ ਭਾਵ ਗਿਆਨ ਇੰਦਰੀ, ਜਿਸ ਤੱਕ ਪਾਤਸ਼ਾਹ ਜੀ ਨੇ ਅਗੋਚਰ, ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈ, ਪਹੁੰਚ ਨਹੀਂ ਸਕਦੀ ਜਿਸ ਤੱਕ ਗਿਆਨ ਇੰਦਰੀ। ਪਾਤਸ਼ਾਹ ਜੀ ਗੁਰ ਅਗੋਚਰ, ਗੁਰੂ ਉਸ ਪ੍ਰਭੂ ਦਾ ਰੂਪ ਹੈ ਜੋ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਨਿਰਮਲਾ, ਜੋ ਗੁਰੂ ਹੈ ਉਹ ਪਵਿੱਤਰ ਸਰੂਪ ਹੈ, ਨਿਰਮਲ ਹੈ, ਕੋਈ ਦਾਗ ਨਹੀਂ ਹੈ, ਕੋਈ ਮੈਲ ਨਹੀਂ ਹੈ ਗੁਰੂ ਦੇ ਵਿੱਚ। ਗੁਰ ਜੀਵਡ ਅਵਰ ਨ ਕੋਈ, ਗੁਰੂ ਜਿੱਡਾ ਵੱਡਾ ਸ਼ਖਸੀਅਤ ਵਾਲਾ ਜਿਹੜਾ ਹੋਰ ਕੋਈ ਨਹੀਂ ਹੈ, ਗੁਰੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਗੁਰ ਕਰਤਾ ਗੁਰ ਕਰਨਹਾਰ, ਗੁਰਮੁਖ ਸੱਚੀ ਸੋਏ। ਪਾਤਸ਼ਾਹ ਜੀ ਆਖਣ ਲੱਗੇ ਗੁਰ ਕਰਤਾ, ਗੁਰੂ ਕਰਤਾਰ ਦਾ ਰੂਪ ਹੈ, ਕਰਤੇ ਦਾ ਰੂਪ ਹੈ। ਅਤੇ ਗੁਰ ਕਰਨਹਾਰ, ਗੁਰੂ ਜਿਹੜਾ ਹੈ ਉਹ ਪਰਮਾਤਮਾ ਦਾ ਰੂਪ ਹੈ ਜੋ ਸਭ ਕੁਝ ਕਰਨ ਦੇ ਸਮਰੱਥ ਹੈ। ਕਰਨਹਾਰ ਤੋਂ ਭਾਵ ਕਰਨ ਵਾਲਾ, ਤੇ ਕਰਤਾ ਤੋਂ ਭਾਵ ਵੀ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਹੈ, ਕੁਦਰਤ ਬਣਾਈ ਹੈ। ਅਤੇ ਗੁਰਮੁਖ ਸੱਚੀ ਸੋਏ, ਪਾਤਸ਼ਾਹ ਜੀ ਆਖਣ ਲੱਗੇ ਅਤੇ ਗੁਰੂ ਦੀ ਸ਼ਰਨ ਪਿਆ ਸਦਾ ਕਾਇਮ ਰਹਿਣ ਵਾਲੀ ਸ਼ੋਭਾ ਹੈ ਜਿਹੜੀ ਉਹ ਮਿਲਦੀ ਹੈ। ਗੁਰਮੁਖ, ਗੁਰੂ ਦੇ ਵੱਲ ਮੁਖ ਕੀਤਿਆਂ, ਗੁਰੂ ਦੀ ਸ਼ਰਨ ਪਿਆ ਸੱਚੀ ਸੋਏ, ਸੱਚੀ ਸ਼ੋਭਾ ਹੈ ਜਿਹੜੀ ਉਹ ਪ੍ਰਾਪਤ ਹੁੰਦੀ ਹੈ। ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਪਾਤਸ਼ਾਹ ਜੀ ਆਖਣ ਲੱਗੇ ਗੁਰ ਤੇ ਬਾਹਰ ਕਿਛ ਨਹੀਂ, ਭਾਵ ਗੁਰੂ ਤੋਂ ਆਕੀ ਹੋ ਕੇ ਕੋਈ ਕੰਮ ਕੀਤਾ ਨਹੀਂ ਜਾ ਸਕਦਾ। ਅਤੇ ਜੋ ਕੁਝ ਗੁਰੂ ਕਰਨਾ ਚਾਹੁੰਦਾ ਹੈ ਉਹੀ ਹੁੰਦਾ ਹੈ। ਗੁਰ ਕੀਤਾ ਲੋੜੇ ਸੋ ਹੋਏ, ਜੋ ਗੁਰੂ ਫਿਰ ਕਰਨਾ ਚਾਹੁੰਦਾ ਹੈ ਉਹੀ ਹੁੰਦਾ ਹੈ। ਭਾਵ ਗੁਰੂ ਉਸ ਪ੍ਰਭੂ ਦਾ ਰੂਪ ਹੈ ਜਿਸ ਤੋਂ ਕੋਈ ਆਕੀ ਨਹੀਂ ਹੋ ਸਕਦਾ, ਤੇ ਜੋ ਕੁਝ ਕਰਨਾ ਉਹ ਲੋੜਦਾ ਹੈ ਉਹੀ ਹੁੰਦਾ ਹੈ। ਕਿ ਹੁਣ ਉਹਦੇ ਨਿਯਮ ਨੂੰ ਕੋਈ ਬਦਲ ਨਹੀਂ ਸਕਦਾ, ਕਿ ਮਨੁੱਖ ਜੰਮ ਕੇ ਆਖੇ ਕਿ ਮੈਂ ਦੇਹੀ ਧਾਰਨ ਕਰ ਲਈ ਤੇ ਹੁਣ ਮੈਂ ਮਰਨਾ ਹੀ ਨਹੀਂ, ਬਦਲ ਤੇ ਨਹੀਂ ਸਕਦਾ। ਇਹੀ ਗੁਰੂ ਦਾ ਨਿਯਮ ਹੈ, ਇਹੀ ਗੁਰੂ ਦਾ ਸਿਧਾਂਤ ਹੈ। ਕਿ ਗੁਰੂ ਦੇ ਹੁਕਮ ਨੇ, ਹੁਣ ਗੁਰੂ ਗ੍ਰੰਥ ਸਾਹਿਬ ਵੀ ਸਾਨੂੰ ਦੱਸ ਰਹੇ ਨੇ ਨਾ
कि नानक हुक्मी आवो जा, कि हुक्म दे विच जीव आउंदे ने जांदे ने। गुरु ग्रंथ साहब पातशाह इसां दस रहे ने, इस करके गुरु उस मालक दा रूप है कि कोई बदल नहीं सकता, आकी नहीं हो सकता गुरु ग्रंथ साहब जी की पावन बाणी तो कि कोई आकी हो जाएगा कि नहीं आ गल आ जिहड़ी पंक्ति लिखी गुरबाणी दे विच वो सच्ची नहीं है। हाँ, एक गल है कि समय अनुसार अर्थां दे विच नवीनता जरूर आ जाती है, क्योंकि पुराने समय दे विच हुण इन्नी टैक्नोलॉजी नहीं सी। क्योंकि पुराने समय की जे गल करिए तो पुराने समय जो कोई गल करे ना कि ऐसा समा आएगा कि इत्थों बैठा बंदा विदेश दे विच गल कर सकदा है, कोई यकीन करदा होएगा? आखिर नहीं नहीं, की कमलियां गल्लां करी जांदा। ऐसा भी कोई समा कि इत्थे बैठा बंदा किते दूर गल कर सके, जां इत्थे बैठा बंदा किते बहुत दूर गए हुए बंदे दी फोटो वेख सकदा है इक्को समय दे विच। कोई पुराने समय दे विच यकीन करदा सी? नहीं। पर अज की है, वो सारा कुछ हो रहा। आने वाले समय दे विच होर भी कुछ अजिहा होएगा। इसे तरह कि गुरबाणी दे अर्थ जरूर नवीन हो सकते हैं। पुराने समय दे विच की सी कि पशुआं दा जिहड़ा है चम बहुती वार काम आउंदा सी, पर बंदे ने जिहड़े उन्हां नूं जिवें जिउंदा त्यों हुंदा सी उवें साड़ दिता जांदा सी। पर अज की है कि शरीर जिहड़े अपना दान करते हैं, कुछ समय दे विच उन्हां दे अंग ने जिहड़े वो ट्रांसप्लांट करके दूजे शरीर च भी चल सकते हैं। पर पुराने समय दे विच तां ऐसा नहीं सी। पर गुरबाणी दे विच एक पंक्ति आउंदी, नरू मरै नर काम न आवे, पशु मरै 10 काय सवारे। पुराने समय दे विच अर्थ इहदे होर हुंदे सन कि पशु मरदा ते बड़े काम 10 काम आउंदा। जुत्ती बना लई जिंदी, मांस भी खाधा जा सकदा है, हड्डियां दा भी कुछ कीता जा सकदा, हड्डियां तो हथियार शस्त्र भी बनाया जा सकदा है। पर जे पर नर काम ना आवे, नर है जिहड़ा वो मरदा किसी काम नहीं आउंदा। गल भी सच्ची है, क्योंकि उदों इन्नी टैक्नोलॉजी नहीं सी। पर अज की है, अज तो मनुख के अंग भी पार्ट भी काम आउंदे सारे। कहण तो भाव है कि उत्थे अंदरूनी गल है कि मनुखा जे तेरे अंदरों पशु मर जाए ना, पशु बिरती मर जाए, तो तू पता नहीं किन्ने काज सवारे। 10 काज सवारे तो भाव पता नहीं किन्ने काज सवारेगा, किन्ने चंगे काम करेंगा। पर जे तेरे अंदरों बंदा मर जाए तो फिर है तू किसी काम का नहीं, किसी काम का नहीं। फिर जे पशु बिरती तेरे अंदर जिहड़ी वो रवे तो मनुख मर जाए अंदर। खैर, इसे करके पातशाह जी में आखिर गुर तीरथ गुर पार जात गुर मनसा पूरनहार। कि गुरु ही असल तीर्थ है, गुरु ही पारजात रुख है। पारजात रुख है जिहड़ा समा अपने कोल अज थोड़ा है। पारजात रुख है जिहड़ा एक अजिहा है जिहदे कोल बैठिया कुछ भी मंगीए आदि जिहड़ी वो प्राप्ति हो जाती है। पुरातन शास्त्रां वेदां दे अंदर इसका उल्लेख मिलता है। पर इत्थे सब कुछ साडे वास्ते की है? गुरु ही है। कि गुरु कोलों जो मंगीए वो प्राप्त होंदा है। गुर मनसा पूरनहार, गुरु ही सारियां कामनावां पूरियां करने वाला है। मनसा तो भाव जो भी मन की भावना है। गुर दाता हर नाम दे उधरै सब संसार। गुरु ही वो दाता है जो परमात्मा का नाम बख्शदा है, परमात्मा का नाम दिंदा है, अते जिस दी बरकत दे नाल फिर उधरै सब संसार, सारा संसार विकारां तो बचदा है। गुर समरथ गुर निरंकार गुर ऊंचा अगम अपार। गुरु ही जिहड़ा है वो समर्थ है, सब ताकतां दा मालिक है। गुर निरंकार, गुरु का कोई खास स्वरूप नहीं दसिया जा सकता कि गुरु अजिहा है। हुण शब्द का कोई स्वरूप तो नहीं है, क्योंकि साडा ते शब्द ही गुरु है। हुण शब्द का कोई स्वरूप थोड़ा ना है। कोई आखे कि शब्द की फोटो बना दे या शब्द का सिद्धांत की आ रहा उसकी कोई फोटो, ऐसा तो कुछ नहीं हो सकता। कहण तो भाव है कि उसका कोई खास स्वरूप नहीं है। गुर उच्चा, गुरु जिहड़ा है वो सब तो उच्चा है। अगम तो भाव अपहुंच है, जिहदे तक पहुंचिया नहीं जा सकता। अते बेअंत, अपार तो भाव वो बेअंत है। गुर की महिमा अगम है,
क्या कथै कथन हार। पातशाह जी आखन लगे गुरु की वडियाई तक लफ्ज़ां राही पहुंचिया नहीं जा सकता कि कोई लफ्ज़ां राही या अखरां राही आखे कि गुरु की वडियाई का अंत पा लिया जाएगा। पातशाह जी आखन लगे लफ्ज़ खत्म हो जाएंगे पर गुरु की वडियाई नहीं खत्म होएगी। इस करके गुर की महिमा अगम है। क्या कथे कथन हार कि कथन वाला कि सियाने तो सियाना बंदा है जिहड़ा कोई भी सियाने तो सियाना बयान करन वाला भी जिहड़ा वो बयान नहीं कर सकता। कथन करन वाला मतलब जिहड़ा दसदा है, जिहड़ा बोलदा है, जिहड़ा बयान करदा है कि वो भी इस बारे बयान है वो नहीं कर सकता है। जितड़े फल मन बांछिए तितड़े सतगुर पास। बड़ा सौखा समझा रहे ने। जितड़े फल मन बांछिए, मन दे विच जिन्ने भी फलां दी भावनावां दी इच्छा धारण करिए कि मैनू आ प्राप्त होए, मैनू आ प्राप्त होए, तितड़े सतगुरु पास वो सारे ही सतगुरु दे कोलों मिल जांदे ने। पर इहदे वास्ते हिरदे दे विच भरोसा ते भावना प्रेम होना चाहिदा है। पूरब लिखे पावने साच नाम दे रास। पातशाह जी आखन लगे फिर जिहड़े फलां दी प्राप्ति हुंदी है, जिहड़े कर्मां दी सानू प्राप्ति हुंदी है, वो साडे पहले कीते कर्मां दे करके पूर्व कि जिहड़े पहले कीते कर्म ने उन्हां दी नेक कमाई दे लेखां दे अनुसार ही गुरु दी शरण पिया ये फल जिहड़े वो प्राप्त हुंदे। देही भी तां इसे करके है साडे कोल असीं जो कल कीता सी नेक काम ओहदा फल सानू अज मिल रिहा है। कि जिवें हुण इत्थों तक गल कर लईए कि जेकर अज असीं बच्चिआं नूं बहुत चंगी सिੱਖਿਆ देवांगे, गुरु गुरबाणी इतिहास दे नाल जोड़ांगे ते आउण वाले समय दे विच सानूं बुरा समा नहीं देखना पएगा क्योंकि वो सिद्धांत नाल जुड़े होणगे, चंगी सिੱਖਿਆ नाल जुड़े होए होणगे। ते उन्हां दा की होएगा कि असीं जिहड़ा काम अज कीता है वो अज तो कई सालां बाद है फिर उहदा सानू नेक फल है जिहड़ा वो प्राप्त होएगा। सतगुर शरणी आया बाहुड़ नहीं विनाश। पातशाह जी आखन लगे पिछली पंक्ति साच नाम दे रास कि गुरु सदा स्थिर रहन वाले परमात्मा दे नाम दा सरमाया है जिहड़ा वो दिंदा है। अते सतगुर शरणी आया कि सतगुरु दी शरण आ पईए कि उहदी शरण दे विच आ जाइए ते उस तो मिले आत्मिक जीवन दा मुड़ कदे नाश नहीं हुंदा क्योंकि जिहड़ा जीवन गुरु बख्शदा है फिर वो जीवन कदे नाश नहीं हुंदा, मुकदा नहीं है। जिहड़ा आनंद गुरु बख्शदा है। हर नानक कदे ना विसरो ए जियो पिंड तेरा सास। हे नानक आख कि हे हरि गुरु दी शरण पै के मैं तैनू कदे ना भुलावां, कदे ना विसरूं, कदे भी ना मैं तैनू विसारां भुलावां। मेरी ये जिंद मेरा ये शरीर ते शरीर विच आउंदा साह सब तेरा ही जिहड़ा है वो दिता होया है। ये जियो पिंड तेरा सास। ये शब्द नूं इहो नहीं उच्चारण करांगे क्योंकि एक वचन की गल हो रही है। जिंद किन्नियां हुंदियां ने? एक ही हुंदी ने जियो एक है, पिंड भी एक है ते सास भी जिहड़ा है कि ये जिहड़ा सवास आ रहा है मालका तेरा ही है। इस करके ये है इत्थे इहनूं इहो नहीं पढ़ांगे, जिथे इहो पढ़ना है सतगुरु जी ने उत्थे लिखिया घोड़ा पाया होया ऑलरेडी उत्ते। सो सतगुरु जी रहमत करन। फतेह प्रवान गुरु जी। वाहिगुरु जी का खालसा वाहिगुरु जी की फतेह।